सतनाम वाहिगुरु साहिब जी। सतनाम वाहिगुरु साहिब जी। आवहो सिख सतगुरु के प्यारे हो, गावहो सच्ची बाणी। बाणी तां गावहो गुरु केरी, बाणी आसिर बाणी। जिनको नदर करम होवै, हिरदै तिना समाणी। पीवहो अमृत सदा रहो हर रंग, जपिहो तारंग पाणी। कह नानक सदा गावहो, एहो सच्ची बाणी। बाणी गुरु गुरु है वाणी, बिच बाणी अमृत सारे। गुरबाणी कहे सेवक जन मानै, परतख गुरु निस्तारे। सतनाम वाहिगुरु साहिब जी। गौड़ी की बार महला पंजवा, राय कमाल दी मौज दी की बार की धुन उपर गावणी। एक ओंकार सतगुर प्रसाद। सलोक महला पंजवा, हर हर नाम जो जन जपै, सो आया परवान। तिस जन कै बलहारनै, जिन भजया प्रभ निर्वाण। जन्म मरण दुख कटिया, हर भेटिया पुरख सजान। संत सांग सागर तरे, जन नानक सदा जन नानक सच्चा ताण। महला पंजवा, भलके उठ परहुणा, मेरे घर आवो। भाओ पखाला तिसके, मन तन नित भावो। नाम सुने नाम संग्रहै, नामे लिव लावो। गृहे धन सब पवित्र होए, हर के गुण गाओ। हर नाम व्यापारी नानका, बड़ भागी पावो। पौड़ी जो तुध भावै सो भला, सच तेरा भाणा। तू सब मैं एक वरतदा, सब माहे समाना। थान थनंतर रव रहया, जी अंदर जाना। साध संग मिल पाईऐ, मन सच्चे भाणा। नानक प्रभ शरणागति, साध साध कुरबाना। नानक प्रभ शरणागति, साध साध कुरबाना। वाहिगुरु जी का खालसा, वाहिगुरु जी की फतेह। जुगो जुग अटल, जगबर तख्त दे मालक, लोक परलोक दे राखे। जाहरा जहूर हाजरा हजूर, सर्ब कला भरपूर। धन धन साहिब श्री गुरु ग्रंथ साहिब महाराज जी। साहिब श्री गुरु ग्रंथ साहिब महाराज जी का कोटान कोट शुकराना है कि गुरु ने बड़ी ही रहमत कृपा की है। संगतां नूं अमृत वेले दे खुले दर्शन दीदारे बख्शे हन। आओ अमृत वेले की संभाल करते हुए साहिब श्री गुरु ग्रंथ साहिब महाराज जी की पवित्र बाणी की विचार श्रवण करते हुए गुरु दरबार के अंदर हाजरियां भरते हुए मन बिरतियां एकाग्र करते हुए
ਗੁਰੂ ਦੀ ਬਾਣੀ ਦੀ ਵਿਚਾਰ ਸ਼ਰਵਣ ਕਰਦੇ ਹੋਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾਉਂਦੇ ਹੋਏ ਸਾਰੀ ਸੰਗਤ ਗੱਜ ਕੇ ਫਤਿਹ ਬੁਲਾਉਣਾ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਗੌੜੀ ਕੀ ਵਾਰ ਦੇ ਅੰਦਰ ਮਹੱਲਾ ਪੰਜਵਾ। ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਸ਼ਹੀਦਾਂ ਦੇ ਸਰਤਾਜ ਬਾਣੀ ਦੇ ਬੋਹਿਥ ਬਾਣੀ ਦੁਆਰਾ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਰਾਏ ਕਮਾਲ ਦੀ ਮੋਜਦੀ ਕੀ ਵਾਰ ਕੀ ਧੁਨ ਉੱਪਰ ਗਾਵਣੀ, ਕਿ ਇਹ ਰਾਜਾ ਕਮਾਲ ਦੀ ਤੇ ਮੋਜਦੀ ਜਿਹੜੀ ਵਾਰ ਢਾਡੀਆਂ ਨੇ ਗਾ ਕੇ ਸੁਣਾਈ ਸੀ, ਉਸ ਵਾਰ ਦੇ ਉੱਪਰ ਹੀ ਇਹ ਵਾਰ ਗਾਉਣਾ ਕੀਤੀ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਓੰਕਾਰ ਅਕਾਲ ਪੁਰਖ। ਇੱਕ ਹੈ ਸਤਿਗੁਰਾਂ ਦੀ ਕਿਰਪਾ ਦੁਆਰਾ ਪ੍ਰਾਪਤੀ ਹੁੰਦੀ ਹੈ। ਮਹਾਰਾਜ ਜੀ ਗੁਰੂ ਅਰਜਨ ਦੇਵ ਜੀ ਸ਼ਲੋਕ ਦੇ ਅੰਦਰ ਉਚਾਰਨ ਕਰ ਰਹੇ ਹਨ ਬਾਣੀ ਦੁਆਰਾ, ਹਰ ਹਰ ਨਾਮ ਜੋ ਜਨ ਜਪੈ। ਮਹਾਰਾਜ ਜੀ ਕਥਨ ਕਰਦੇ ਹਨ ਕਿ ਹੇ ਭਾਈ, ਸਭਨਾਂ ਨੂੰ ਹਰੇ ਭਰੇ ਕਰਨ ਵਾਲਾ ਹਰੀ ਪਰਮੇਸ਼ਰ ਹੈ ਜੋ, ਉਸ ਦੇ ਨਾਮ ਨੂੰ ਜੋ ਜਿਹੜਾ ਪੁਰਸ਼ ਜਪਦਾ ਹੈ, ਸੋ ਆਇਆ ਪ੍ਰਵਾਨ। ਉਹ ਹੀ ਸੰਸਾਰ ਵਿੱਚ ਆਇਆ ਹੋਇਆ ਪ੍ਰਵਾਨ ਹੈ। ਪ੍ਰਵਾਨ ਏਕ ਹੈ ਤਿਸ ਜਨ ਕੈ ਬਲਿਹਾਰਨੈ, ਜਿਨ ਭਜਿਆ ਪ੍ਰਭ ਨਿਰਵਾਣ। ਮਹਾਰਾਜ ਜੀ ਕਹਿਣ ਲੱਗੇ, ਅਸੀਂ ਉਸ ਪੁਰਸ਼ ਤੋਂ, ਉਸ ਜਨ ਤੋਂ ਬਲਿਹਾਰ ਕੁਰਬਾਨ ਜਾਂਦੇ ਹਾਂ। ਜਿਨ ਭਜਿਆ ਪ੍ਰਭ ਨਿਰਵਾਣ, ਜਿਸ ਨੇ ਨਿਰਵਾਣ ਬਾਣ ਆਦਤਾਂ ਤੋਂ ਰਹਿਤ, ਦੁੱਖਾਂ ਤੋਂ ਰਹਿਤ ਪਰਮੇਸ਼ਰ ਦਾ ਭਜਨ ਸਿਮਰਨ ਕੀਤਾ ਹੈ। ਮਹਾਰਾਜ ਜੀ ਗੁਰੂ ਅਰਜਨ ਦੇਵ ਜੀ ਸਮਝਾ ਰਹੇ ਹਨ ਕਿ ਇਹ ਭਾਈ, ਸਭਨਾਂ ਨੂੰ ਹਰੇ ਭਰੇ ਕਰਨ ਵਾਲਾ ਜੋ ਹਰੀ ਪਰਮੇਸ਼ਰ ਹੈ, ਉਸ ਦਾ ਨਾਮ ਜਿਹੜਾ ਪੁਰਸ਼ ਜਪਦਾ ਹੈ, ਉਹ ਹੀ ਸੰਸਾਰ ਦੇ ਵਿੱਚ ਆਇਆ ਹੋਇਆ ਪ੍ਰਵਾਨ ਏਕ ਹੈ। ਤਿਸ ਜਨ ਕੈ ਬਲਿਹਾਰਨੈ। ਮਹਾਰਾਜ ਜੀ ਕਹਿਣ ਲੱਗੇ, ਅਸੀਂ ਉਸ ਪੁਰਸ਼ ਤੋਂ, ਉਸ ਜਨ ਤੋਂ ਬਲਿਹਾਰ ਕੁਰਬਾਨ ਜਾਂਦੇ ਹਾਂ। ਜਿਨ ਭਜਿਆ ਪ੍ਰਭ ਨਿਰਵਾਣ, ਜਿਸ ਨੇ ਨਿਰਵਾਣ ਬਾਣ ਆਦਤਾਂ ਤੋਂ ਰਹਿਤ, ਦੁੱਖਾਂ ਤੋਂ ਰਹਿਤ ਪਰਮੇਸ਼ਰ ਦਾ ਸਿਮਰਨ ਕੀਤਾ ਹੈ, ਭਜਨ ਕੀਤਾ ਹੈ, ਉਸ ਤੋਂ ਅਸੀਂ ਕੁਰਬਾਨ ਜਾਂਦੇ ਹਾਂ। ਜਨਮ ਮਰਨ ਦੁੱਖ ਕੱਟਿਆ, ਉਸ ਦਾ ਜਨਮ ਮਰਨ, ਜੰਮਣ ਮਰਨ ਭਾਵ ਆਵਾਗਮਨ ਦਾ ਦੁੱਖ ਕਸ਼ਟ ਪਰਮੇਸ਼ਰ ਨੇ ਕੱਟ ਦਿੱਤਾ ਹੈ। ਜਿਸ ਨੇ ਪਰਮੇਸ਼ਰ ਦਾ ਸਿਮਰਨ ਕੀਤਾ ਹੈ, ਭਜਨ ਕੀਤਾ ਹੈ, ਤਾਂ ਉਸ ਦਾ ਪਰਮੇਸ਼ਰ ਨੇ ਜਨਮ ਮਰਨ ਦਾ, ਆਵਾਗਮਨ ਦਾ ਚੱਕਰ ਤੇ ਦੁੱਖ ਕੱਟ ਦਿੱਤਾ ਹੈ। ਹਰ ਭੇਟਿਆ ਪੁਰਖ ਸੁਜਾਨ, ਉਸ ਨੂੰ ਹੀ ਸੁਜਾਨ ਅੰਤਰਜਾਮੀ ਪੂਰਨ ਪਰਮੇਸ਼ਰ ਮਿਲ ਗਿਆ ਹੈ। ਜਿਸ ਨੇ ਆਪਣਾ ਜਨਮ ਮਰਨ ਦਾ ਦੁੱਖ ਕੱਟ ਲਿਆ ਹੈ ਤੇ ਆਵਾਗਮਨ ਦਾ ਕਸ਼ਟ ਕੱਟ ਲਿਆ ਹੈ, ਪਰਮੇਸ਼ਰ ਉਹਨਾਂ ਨੂੰ ਹੀ ਮਿਲਿਆ ਹੈ। ਸੰਤ ਸੰਗ ਸਾਗਰ ਤਰੇ, ਜਿਹੜੇ ਸੰਤ ਸਾਤ ਆਤਮਾ ਮਹਾਂਪੁਰਖਾਂ ਦੀ ਸੰਗਤ ਕਰਦੇ ਹਨ, ਗੁਰੂ ਸਾਹਿਬ ਦੀ ਸੰਗਤ ਕਰਦੇ ਹਨ, ਜਨ ਨਾਨਕ ਸੱਚਾ ਤਾਣ, ਉਹ ਸੰਸਾਰ ਸਮੁੰਦਰ ਤੋਂ ਤਰ ਗਏ ਹਨ। ਸੰਤ ਸੰਗ ਸਾਗਰ ਤਰੈ, ਜਿਹੜੇ ਸੰਤ ਸੰਗ ਸਾਤ ਆਤਮਾ ਮਹਾਂਪੁਰਖਾਂ ਦੀ ਸੰਗਤ ਕਰਦੇ ਹਨ, ਸਾਗਰ ਤਰੈ, ਉਹ ਸੰਸਾਰ ਸਾਗਰ, ਸੰਸਾਰ ਸਮੁੰਦਰ ਤੋਂ ਤਰ ਗਏ ਹਨ। ਅਤੇ ਜਨ ਨਾਨਕ ਸੱਚਾ ਤਾਣ, ਸਤਿਗੁਰੂ ਜੀ ਕਥਨ ਕਰਦੇ ਹਨ, ਉਹਨਾਂ ਪੁਰਸ਼ਾਂ ਦੇ ਅੰਦਰ ਹੀ ਸੱਚਾ ਤਾਣ ਹੈ, ਸੱਚਾ ਬਲ ਹੈ, ਉਸ ਪਰਮੇਸ਼ਰ ਦਾ ਬਲ ਹੈ। ਮਹੱਲਾ ਪੰਜਵਾ। ਪੰਜਵੇਂ ਪਾਤਸ਼ਾਹ ਅੱਗੇ ਸਮਝਾ ਰਹੇ ਹਨ, ਭਲ ਕੇ ਉੱਠ ਪ੍ਰਾਹੁਣਾ ਮੇਰੇ ਘਰ ਆਵੋ। ਮਹਾਰਾਜ ਜੀ ਕਹਿਣ ਲੱਗੇ, ਜਿਸ ਨੇ ਸੰਸਾਰ ਵਿੱਚ ਆਪਣੇ ਆਪ ਨੂੰ ਪ੍ਰਾਹੁਣਾ, ਪ੍ਰਾਹੁਣੇ ਚਾਰੀ ਭਾਵ ਮੁਸਾਫਰ ਦੀ ਨਿਆਈ ਸਮਝਿਆ ਹੈ ਕਿ ਮੈਂ ਇਸ ਸੰਸਾਰ 'ਤੇ ਪ੍ਰਾਹੁਣਿਆਂ ਦੀ ਤਰ੍ਹਾਂ ਆਇਆ ਹਾਂ, ਇੱਕ ਦਿਨ ਜਾਣਾ ਪਏਗਾ। ਜਿਸ ਨੇ ਇਹ ਸਮਝ ਲਿਆ, ਉਹ ਗੁਰਮੁਖ ਜਨ ਭਲ ਕੇ ਨਿਤ ਆਉਣ ਵਾਲੇ, ਨਿਤ
ਆਉਣ ਵਾਲੇ ਦਿਨ ਭਾਵ ਉੱਠ ਕਰਕੇ ਸਾਡੇ ਘਰ ਆਉਣਾ ਕਰੋ। ਭਲਕੇ ਉੱਠ ਪ੍ਰਾਹੁਣਾ ਮੇਰੇ ਘਰ ਆਵੋ, ਜਿਸ ਨੇ ਸੰਸਾਰ ਵਿੱਚ ਆਪਣੇ ਆਪ ਨੂੰ ਪ੍ਰਾਹੁਣਚਾਰੀ ਭਾਵ ਮੁਸਾਫਰ ਦੀ ਨਿਆਈ ਸਮਝਿਆ ਹੈ, ਉਹ ਗੁਰਮੁਖ ਜਨ ਨਿਤ ਆਉਣ ਵਾਲੇ। ਉੱਠ ਕਰਕੇ ਸਾਡੇ ਘਰ ਆਉਣਾ ਕਰੋ, ਪਾਓ ਪਖਾਲਾ ਤਿਸ ਕੇ ਮਨ ਤਨ ਨਿਤ ਭਾਵੋ। ਅਸੀਂ ਉਸ ਦੇ ਪਾਓ ਚਰਨਾਂ ਕਮਲਾਂ ਨੂੰ ਪਖਾਲਾ ਧੋਣਾ ਕਰੀਏ। ਜਿਹੜੇ ਗੁਰਮੁਖ ਜਨ ਇਹ ਸਮਝਦੇ ਹਨ ਕਿ ਪ੍ਰਾਹੁਣਿਆਂ ਦੀ ਨਿਆਈ ਸੰਸਾਰ ਵਿੱਚ ਆਏ ਹਾਂ, ਜੈਸੇ ਪ੍ਰਾਹੁਣਾ ਆ ਕੇ ਚਲਿਆ ਜਾਂਦਾ ਹੈ ਘਰ ਦੇ ਵਿੱਚੋਂ, ਇਸ ਸੰਸਾਰ ਦੇ ਵਿੱਚੋਂ ਅਸੀਂ ਵੀ ਜਾਣਾ ਹੈ। ਉਹ ਗੁਰਮੁਖ ਜਨ ਕਿ ਸਾਡੇ ਘਰ ਆਉਣ, ਅਸੀਂ ਉਸ ਦੇ ਚਰਨਾਂ ਕਮਲਾਂ ਨੂੰ ਪਖਾਲਾ ਧੋਣਾ ਕਰੀਏ, ਪੈਰਾਂ ਨੂੰ ਪੇਖਣਾ ਕਰੀਏ, ਪੱਖ ਲੈਣਾ ਕਰੀਏ। ਮਨ ਤਨ ਨਿਤ ਭਾਵੋ, ਮਨ ਹਿਰਦੇ ਵਿੱਚ ਵੀ ਤੇ ਤਨ ਸਰੀਰ ਵਿੱਚ ਵੀ ਅਜਿਹਾ ਗੁਰਮੁਖ ਨਿਤਾ ਪ੍ਰਤੀ ਭਾਉਂਦਾ ਹੈ, ਚੰਗਾ ਲੱਗਦਾ ਹੈ, ਜਿਹੜਾ ਪਰਮੇਸ਼ਰ ਦੇ ਨਾਲ ਜੁੜਿਆ ਹੈ। ਨਾਮ ਸੁਣੇ ਨਾਮ ਸੰਗ੍ਰਹ ਹੈ। ਉਹ ਗੁਰਮੁਖ ਜਨ ਪਰਮੇਸ਼ਰ ਦੇ ਨਾਮ ਨੂੰ ਹੀ ਸ਼ਰਾਵਣ ਕਰਦੇ ਹਨ, ਭਾਵ ਨਿਧਿਆਸਣ ਕਰਦੇ ਹਨ ਨਾਮ ਦਾ। ਤੇ ਭਾਈ ਤੁਸੀਂ ਵੀ ਨਾਮ ਨੂੰ ਸੰਗ੍ਰਹਿ ਇਕੱਤਰ ਕਰਨਾ ਕਰੋ, ਕਿ ਨਾਮ ਨੂੰ ਹੀ ਇਕੱਠਾ ਕਰਨਾ ਕਰੋ। ਜਿਵੇਂ ਗੁਰਮੁਖ ਜਨ ਪਰਮੇਸ਼ਰ ਦੇ ਨਾਮ ਨੂੰ ਹੀ ਸ਼ਰਾਵਣ ਕਰਦਾ ਹੈ, ਭਾਵ ਨਿਧਿਆਸਣ ਕਰਦਾ ਹੈ, ਤੁਸੀਂ ਵੀ ਨਾਮ ਨੂੰ ਹੀ ਇਕੱਤਰ ਕਰਨਾ ਕਰੋ ਤੇ ਨਾਮ ਵਿੱਚ ਹੀ ਚਿੱਤ ਦੀ ਬਿਰਤੀ ਨੂੰ ਲਾਉਣਾ ਕਰੋ, ਜਿਵੇਂ ਗੁਰਮੁਖ ਜਨ ਲਾਉਂਦੇ ਹਨ। ਗ੍ਰਹਿ ਧਨ ਸਭ ਪਵਿੱਤਰ ਹੋਏ, ਹਰ ਕੇ ਗੁਣ ਗਾਓ। ਇਉਂ ਗੁਰਮੁਖ ਜਨਾਂ ਦੇ ਆਉਣ ਕਰਕੇ ਸਾਡਾ ਗ੍ਰਹਿ, ਸਾਡਾ ਘਰ ਵੀ, ਆਦ ਰੋਕੜੀ ਦੌਲਤ ਵੀ, ਸਾਰਾ ਕੁਝ ਪਵਿੱਤਰ ਸੁੱਧ ਭਾਵਨ ਹੋ ਜਾਏਗਾ। ਤੇ ਅਸੀਂ ਵੀ ਹਰ ਕੇ ਗੁਣ ਗਾਵੋ, ਅਸੀਂ ਵੀ ਹਰੀ ਪਰਮੇਸ਼ਰ ਦੇ ਗੁਣਾ ਤਾਈਂ ਗਾਉਣਾ ਕਰਾਂਗੇ। ਹਰ ਨਾਮ ਵਪਾਰੀ ਨਾਨਕਾ, ਬੜ ਭਾਗੀ ਪਾਵੋ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਕਥਨ ਕਰਦੇ ਹਨ ਕਿ ਹੇ ਪਿਆਰਿਓ, ਜੋ ਹਰੀ ਪਰਮੇਸ਼ਰ ਦੇ ਨਾਮ ਦਾ ਵਪਾਰ ਕਰਨ ਵਾਲਾ ਵਪਾਰੀ ਗੁਰਮੁਖ ਜਨ ਹੈ, ਬੜ ਭਾਗੀ ਪਾਵੋ, ਉਸ ਦਾ ਦਰਸ਼ਨ ਵੱਡਿਆਂ ਭਾਗਾਂ ਕਰਕੇ ਪ੍ਰਾਪਤ ਕਰੀਦਾ ਹੈ। ਅਰਦਾਸ ਦੇ ਵਿੱਚ ਰੋਜ਼ ਆਉਂਦਾ ਹੈ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ। ਉਹਨਾਂ ਨਾਮ ਚਿੱਤ ਆਉਣ ਵਾਲਿਆਂ ਦੇ ਵੱਡੇ ਭਾਗਾਂ ਕਰਕੇ ਦਰਸ਼ਨ ਹੁੰਦੇ ਹਨ। ਹਰ ਨਾਮ ਵਪਾਰੀ ਨਾਨਕਾ, ਬੜ ਭਾਗੀ ਪਾਵੋ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਕਥਨ ਕਰਦੇ ਹਨ ਕਿ ਇਹ ਪਿਆਰਿਓ, ਜੋ ਹਰੀ ਪਰਮੇਸ਼ਰ ਦੇ ਨਾਮ ਦੇ ਵਪਾਰੀ ਹਨ, ਉਹਨਾਂ ਗੁਰਮੁਖ ਜਨਾਂ ਦਾ ਦਰਸ਼ਨ ਵੱਡਿਆਂ ਭਾਗਾਂ ਕਰਕੇ ਪ੍ਰਾਪਤ ਕਰੀਦਾ ਹੈ। ਪੌੜੀ ਦੇ ਅੰਦਰ ਸਮਝਾ ਰਹੇ ਹਨ, ਜੋ ਤਦ ਭਾਵੈ ਸੋ ਭਲਾ, ਸੱਚ ਤੇਰਾ ਭਾਣਾ। ਹੇ ਪਰਮੇਸ਼ਰ, ਜਿਹੜਾ ਕੁਝ ਤੈਨੂੰ ਭਾਉਂਦਾ ਹੈ, ਤੈਨੂੰ ਚੰਗਾ ਲੱਗਦਾ ਹੈ, ਉਹ ਹੀ ਚੰਗਾ ਹੈ। ਤੇਰਾ ਭਾਣਾ, ਤੇਰਾ ਹੁਕਮ ਵੀ ਸੱਚਾ ਹੈ, ਸੱਚ ਤੇਰਾ ਭਾਣਾ। ਹੇ ਸੱਚੇ ਪਾਤਸ਼ਾਹ, ਜਿਨ੍ਹਾਂ ਨੇ ਤੇਰਾ ਭਾਣਾ, ਤੇਰਾ ਹੁਕਮ ਮੰਨਿਆ ਹੈ, ਉਹ ਤੈਨੂੰ ਭਾਉਂਦੇ ਹਨ, ਉਹ ਤੈਨੂੰ ਚੰਗੇ ਲੱਗਦੇ ਹਨ ਤੇ ਉਹੀ ਭਲੇ ਹਨ। ਤੂੰ ਸਭ ਮੈਂ ਏਕ ਵਰਤਦਾ, ਸਭ ਮਾਹੇ ਸਮਾਣਾ। ਹੇ ਵਾਹਿਗੁਰੂ, ਤੂੰ ਸਾਰਿਆਂ ਦੇ ਵਿੱਚ ਅਦਵੈਤ ਰੂਪ ਹੋ ਕੇ ਵਰਤ ਰਿਹਾ ਹੈ ਅਤੇ ਸਭ ਮਾਹੇ ਸਮਾਣਾ, ਸਭ ਸਾਰਿਆਂ ਦੇ ਵਿੱਚ ਸਮਾ ਰਿਹਾ ਹੈ, ਅਭੇਦ ਹੋ ਰਿਹਾ ਹੈ। ਥਾਨ ਥਨੰਤਰ ਰਵ ਰਹਿਆ, ਜੀ ਅੰਦਰ ਜਾਣਾ। ਥਾਨ ਅਸਥਾਨ ਤੇ ਥਨੰਤਰ ਅਸਥਾਨਾਂ ਦੇ ਅੰਦਰ, ਦੇਹਾਂ ਵਿੱਚ, ਜੀਵਾਂ ਵਿੱਚ ਰਵਿਆ ਵਿਆਪਕ ਹੋ ਰਿਹਾ ਹੈ। ਸਾਰਿਆਂ ਦੇ ਹਿਰਦੇ ਦੇ ਅੰਦਰ ਜਾਣਿਆ ਜਾਂਦਾ ਹੈ। ਜੀਆਂ ਅੰਦਰ ਜਾਣਾ ਕਿ ਜੀਆਂ ਦੇ ਅੰਦਰ ਅੰਦਰੀ ਗੱਲ ਜਾਣਨ ਵਾਲਾ ਹੈ।
ਸਾਧ ਸੰਗ ਮਿਲ ਪਾਈਐ ਸੱਚ ਸੱਚੇ ਭਾਣਾ। हे ਵਾਹਿਗੁਰੂ, ਸਾਧ ਸੰਗਤ ਵਿੱਚ ਮਿਲ ਕਰਕੇ ਹੀ ਤੈਨੂੰ ਪਾਈਦਾ ਹੈ, ਪ੍ਰਾਪਤ ਕੀਤਾ ਜਾਂਦਾ ਹੈ। ਮਨ ਸੱਚੇ ਭਾਣਾ, ਤੇਰਾ ਸੱਚਾ ਭਾਣਾ, ਸੱਚਾ ਹੁਕਮ ਮੰਨ ਕਰਕੇ। ਤੇਰਾ ਭਾਣਾ ਮੰਨਣ ਵਾਲੇ ਸ਼੍ਰੋਮਣੀ ਹਨ, ਜਿਨ੍ਹਾਂ ਨੇ ਮੰਨਣ ਕੀਤਾ ਹੈ ਤੇਰੇ ਹੁਕਮ ਨੂੰ, ਤੇਰੇ ਭਾਣੇ ਨੂੰ, ਉਹੀ ਸ਼੍ਰੋਮਣੀ ਹਨ। ਫਿਰ ਸੱਚੇ ਦਾ ਨਿਧਾਸਨ ਕੀਤਾ ਹੈ ਜਿਨ੍ਹਾਂ ਨੇ, ਉਹ ਸੱਚੇ ਨੂੰ ਭਾ ਗਏ ਹਨ, ਚੰਗੇ ਲੱਗੇ ਹਨ। ਨਾਨਕ ਪ੍ਰਭ ਸਰਣਾਗਤੀ ਸਾਧ ਸਦ ਕੁਰਬਾਣਾ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਪੌੜੀ ਦੇ ਅੰਦਰ ਸਮਝਾ ਰਹੇ ਹਨ ਕਿ हे ਪਰਮੇਸ਼ਰ ਪ੍ਰਭੂ, ਅਸੀਂ ਤੇਰੀ ਸਰਣਾਗਤੀ ਸਰਨ ਵਿੱਚ ਆ ਕੇ ਪ੍ਰਾਪਤ ਹੋਏ ਹਾਂ। ਅਸੀਂ ਤੇਰੇ ਉੱਪਰੋਂ ਸਾਧ ਸਦ ਕੁਰਬਾਨਾ, ਹਮੇਸ਼ਾ ਹਮੇਸ਼ਾ ਸੈਂਕੜੇ ਵਾਰੀ ਕੁਰਬਾਨ ਜਾਂਦੇ ਹਾਂ ਕਿ ਅਸੀਂ ਤੇਰੀ ਸਰਨ ਦੇ ਵਿੱਚ ਆਏ ਹਾਂ। ਅਸੀਂ ਤੇਰੇ ਉੱਪਰੋਂ ਸੈਂਕੜੇ ਵਾਰੀ ਕੁਰਬਾਨ ਜਾਂਦੇ ਹਾਂ। हे ਵਾਹਿਗੁਰੂ, ਤੂੰ ਸਾਰਿਆਂ ਦੇ ਵਿੱਚ ਅਦਵੈਤ ਰੂਪ ਹੋ ਕੇ ਵਰਤ ਰਿਹਾ ਹੈ, ਸਾਰਿਆਂ ਵਿੱਚ ਸਮਾ ਰਿਹਾ ਹੈ, ਅਭੇਦ ਹੋ ਰਿਹਾ ਹੈ। ਮਹਾਰਾਜ, ਸਾਧ ਸੰਗਤ ਵਿੱਚ ਮਿਲ ਕੇ ਤੈਨੂੰ ਹੀ ਪ੍ਰਾਪਤ ਕਰੀਦਾ ਹੈ। ਅੱਗੇ ਮਹਾਰਾਜ ਜੀ ਸ਼ਲੋਕ ਦੇ ਅੰਦਰ, ਅਗਲੇ ਸ਼ਲੋਕ ਦੇ ਅੰਦਰ ਸਮਝਾ ਰਹੇ ਹਨ। ਸ਼ਲੋਕ ਮਹੱਲਾ ਪੰਜਵਾ। ਚੇਤਾਈ ਤਾਂ ਚੇਤ ਸਾਹਿਬ ਸੱਚਾ ਸੋ ਧਣੀ। ਗੁਰੂ ਅਰਜਨ ਦੇਵ ਮਹਾਰਾਜ ਜੀ ਇਸ ਜੀਵਾਂ ਨੂੰ ਸਮਝਾ ਰਹੇ ਹਨ। ਚੇਤਾਈ ਤਾਂ ਚੇਤ, हे ਜੀਵ, ਜੋ ਤੂੰ ਮਾਤਾ ਦੇ ਗਰਭ ਵਿੱਚ ਇਕਾਗਰ ਹੋ ਕੇ ਆਇਆ ਸੀ ਕਿ ਸਵਾਸ ਸਵਾਸ ਨਾਮ ਜਪਾਂਗਾ, ਉਹ ਤੈਨੂੰ ਚੇਤਾਈ ਯਾਦ ਹੈ, ਤਾਂ ਫਿਰ ਉਸ ਨੂੰ ਚੇਤੇ ਕਰਨਾ ਕਰ। ਚੇਤਾਈ ਤਾਂ ਚੇਤ ਕਿ हे ਜੀਵ, ਜੋ ਤੂੰ ਮਾਤਾ ਦੇ ਗਰਭ ਵਿੱਚ ਇਕਰਾਰ ਕਰਕੇ ਆਇਆ ਸੀ ਕਿ ਮੈਂ ਸਵਾਸ ਸਵਾਸ ਨਾਮ ਜਪਾਂਗਾ, ਉਹ ਤੈਨੂੰ ਚੇਤਾਈ ਯਾਦ ਹੈ, ਚੇਤੇ ਹੈ, ਤਾਂ ਫਿਰ ਉਸ ਨੂੰ ਚੇਤੇ ਕਰਨਾ ਕਰ। ਪਰਮੇਸ਼ਰ ਨੂੰ ਉਸ ਦਾ ਨਾਮ ਜਪਿਆ ਕਰ। ਜੋ ਉੱਥੇ ਵਾਅਦਾ ਕਰਕੇ ਆਇਆ ਸੀ ਉਸ ਪਰਮੇਸ਼ਰ ਦਾ ਨਾਮ ਜਪਣਾ ਕਰ ਕਿ ਦਸਵਾਂ ਦਸੌਂਦ ਕੱਢਣ ਬਾਰੇ ਵਾਅਦਾ ਕੀਤਾ ਸੀ, ਇਕਰਾਰ ਕੀਤਾ ਸੀ ਕਿ 2.5 ਘੰਟੇ ਬਣਦੇ ਹਨ, ਘੱਟੋ ਘੱਟ 2.5 ਘੰਟੇ ਉਸ ਪਰਮੇਸ਼ਰ ਦਾ ਸਿਮਰਨ ਕਰਿਆ ਕਰ। ਉਹ ਪਰਮੇਸ਼ਰ ਕੁਦਰਤ ਦੁਆਰਾ ਜਗਤ ਨੂੰ ਰਚਣ ਵਾਲਾ ਮਾਲਕ ਹੈ। ਸਾਹਿਬ ਸੱਚਾ ਸੋ ਧਣੀ ਕਿ ਉਹ ਮਾਲਕ ਹੈ, ਤ੍ਰੈ ਕਾਲ ਆਬਾਦ ਰੂਪ ਹੈ, ਸਾਰਿਆਂ ਦਾ ਧਣੀ, ਸਾਰਿਆਂ ਦਾ ਸੁਆਮੀ ਹੈ। ਮਹਾਰਾਜ ਜੀ ਅੱਗੇ ਸਮਝਾ ਰਹੇ ਹਨ। ਚੇਤਾਈ ਤਾਂ ਚੇਤ ਸਾਹਿਬ ਸੱਚਾ ਸੋ ਧਣੀ। ਅਸੀਂ ਤੈਨੂੰ ਚੇਤਾਈ ਚੇਤਾ ਕਰਾਇਆ ਹੈ। ਮਹਾਰਾਜ ਜੀ ਕਹਿਣ ਲੱਗੇ, ਹੁਣ ਹੀ ਉਸ ਪ੍ਰਭੂ ਨੂੰ ਚੇਤੇ ਕਰਨਾ ਕਰ। ਜੇਕਰ ਤੇਰੇ ਵਿੱਚ ਚੇਤਾਈ ਬੁੱਧੀ ਹੈ ਤਾਂ ਉਸ ਪਰਮੇਸ਼ਰ ਨੂੰ ਚੇਤੇ ਕਰ। ਜੇ ਤੇਰੇ ਵਿੱਚ ਚੇਤਾਈ ਚੇਤਨ ਸਤਾ ਹੈ, ਭਾਵ ਜਿੰਨਾ ਚਿਰ ਤੱਕ ਜਿਉਂਦਾ ਜਾਗਦਾ ਹੈ, ਤਾਂ ਵਾਹਿਗੁਰੂ ਨੂੰ ਚੇਤੇ ਕਰ ਲੈ। ਉਹ ਸੱਚਾ ਪਿੱਛੇ ਵੀ ਸਭਨਾਂ ਦਾ ਸਾਹਿਬ ਮਾਲਕ ਸੀ ਤੇ ਅਗਾਂਹ ਨੂੰ ਵੀ ਸਭਨਾਂ ਦਾ ਧਣੀ ਸਵਾਮੀ ਮਾਲਕ ਰਹੇਗਾ। ਉਸ ਨੂੰ ਚੇਤੇ ਕਰ। ਨਾਨਕ ਸਤਿਗੁਰ ਸੇਵ ਚੜ ਬੋਹਿਤ ਭੌਜਲ ਪਾਰ ਪਾਓ। ਸਤਿਗੁਰੂ ਜੀ ਕਥਨ ਕਰਦੇ ਹਨ ਕਿ हे ਭਾਈ, ਗੁਰੂ ਸਾਹਿਬ ਦਾ ਸੇਵਨ ਕਰ, ਗੁਰੂ ਸਾਹਿਬ ਜੀ ਨੂੰ ਚੇਤੇ ਕਰ। ਗੁਰੂ ਸਾਹਿਬ ਜੀ ਦੀ ਸੇਵਾ ਟਹਿਲ ਕਰਕੇ, ਨਾਮ ਰੂਪੀ ਜਹਾਜ਼ ਤੇ ਚੜ੍ਹ ਕਰਕੇ ਭੌਜਲ ਪਾਰ ਪਾਓ। ਭੌਜਲ ਸੰਸਾਰ ਸਮੁੰਦਰ ਤੋਂ ਪਾਰ ਪੈਣਾ ਕਰ, ਮੁਕਤੀ ਰੂਪੀ ਕਿਨਾਰੇ ਤੇ ਪਹੁੰਚਣਾ ਕਰ। ਨਾਨਕ ਸਤਿਗੁਰ ਸੇਵ ਚੜ ਬੋਹਿਤ ਭੌਜਲ ਪਾਰ ਪਾਓ। ਗੁਰੂ ਅਰਜਨ ਦੇਵ ਮਹਾਰਾਜ ਜੀ ਸਮਝਾ ਰਹੇ ਹਨ ਕਿ हे ਭਾਈ,
ਗੁਰੂ ਸਾਹਿਬ ਜੀ ਦਾ ਸੇਵਨ ਕਰ, ਗੁਰੂ ਸਾਹਿਬ ਦੀ ਸੇਵਾ ਟਹਿਲ ਕਰਕੇ ਨਾਮ ਰੂਪੀ ਬੋਹਿਤ ਜਹਾਜ਼ ਤੇ ਚੜ੍ਹ ਕਰਕੇ ਭਉ ਜਲ ਸੰਸਾਰ ਸਮੁੰਦਰ ਤੋਂ ਪਾਰ ਪੈਣਾ ਕਰ, ਕਿ ਸੰਸਾਰ ਸਮੁੰਦਰ ਤੋਂ ਮੁਕਤੀ ਰੂਪੀ ਕਿਨਾਰੇ ਤੇ ਪਹੁੰਚਣਾ ਕਰ। ਮਹੱਲਾ ਪੰਜਵਾ। ਬਾਉ ਸੰਦੇ ਕੱਪੜੇ ਪਹਿਰੇ ਗਰਭ ਗਵਾਰ, ਨਾਨਕ ਨਾਲ ਨਾ ਚੱਲਣੀ ਜਲ ਵਲ ਹੋਏ ਸ਼ਾਰ। ਮਹਾਰਾਜ ਜੀ ਗੁਰੂ ਅਰਜਨ ਦੇਵ ਜੀ ਬੜੇ ਹੀ ਵਿਸਥਾਰ ਦੇ ਨਾਲ ਸਮਝਾ ਰਹੇ ਹਨ। ਬਾਉ ਸੰਦੇ ਕੱਪੜੇ, ਬਾਉ ਹਵਾ ਨੂੰ ਕਿਹਾ ਹੈ ਕਿ ਬਾਉ ਸੰਦੇ ਹਵਾ ਵਰਗੇ ਕੱਪੜੇ ਬਰੀਕ ਬਸਤਰ ਪਹਿਨ ਕਰਕੇ ਗਵਾਰ ਮੂਰਖ ਪੁਰਸ਼ ਹੰਕਾਰ ਕਰਦੇ ਹਨ। ਬਾਉ ਸੰਦੇ ਕੱਪੜੇ ਕਿ ਬਾਉ ਸੰਦੇ ਹਵਾ ਵਰਗੇ ਬਰੀਕ ਬਸਤਰ, ਪਤਲੇ ਬਸਤਰ ਪਹਿਨ ਕੇ ਗਵਾਰ ਮੂਰਖ ਪੁਰਸ਼ ਹੰਕਾਰ ਕਰਦੇ ਹਨ। ਭਾਵ ਕਹਿੰਦੇ ਹਨ ਕਿ ਸਾਡੇ ਵਰਗੇ ਲਿਸਕਦੇ ਸਰੀਰ ਕਿਸੇ ਦੇ ਨਹੀਂ ਹਨ, ਕੱਪੜਿਆਂ ਦੇ ਵਿੱਚ ਦੀ ਆਪਣਾ ਸਰੀਰ ਦਿਖਾਉਂਦੇ ਹਨ ਤੇ ਹੰਕਾਰ ਕਰਦੇ ਹਨ ਕਿ ਸਾਡੇ ਸਰੀਰ ਸੁੰਦਰ ਹਨ, ਲਿਚਕਾਰੇ ਮਾਰਦੇ ਹਨ। ਇਹ ਹੰਕਾਰ ਕਰਦੇ ਹਨ, ਇਸ ਪ੍ਰਕਾਰ ਹੰਕਾਰ ਕਰਦੇ ਹਨ। ਬਾਉ ਸੰਦੇ ਕੱਪੜੇ ਪਹਿਰੇ ਗਰਭ ਗਵਾਰ, ਕਿ ਬਾਉ ਸਵਾਸਾਂ ਰੂਪੀ ਕੱਪੜਿਆਂ ਨੂੰ ਪਹਿਨ ਕਰਕੇ ਐਵੇਂ ਮੂਰਖਤਾਈ ਦਾ ਹੰਕਾਰ ਕਰਦੇ ਹਨ। 10ਵੇਂ ਦੁਆਰ ਵਿੱਚ ਪ੍ਰਾਣਾਂ ਨੂੰ ਚੜ੍ਹਾਉਣ ਰੂਪ ਹਵਾ ਦੇ ਕੱਪੜੇ ਪਹਿਨ ਕੇ ਬੇਸਮਝੇ ਐਵੇਂ ਬੇਅਰਥ ਹੀ ਹੰਕਾਰ ਕਰਦੇ ਹਨ ਕਿ ਅਸੀਂ ਬਹੁਤ ਵੱਡੇ ਜੋਗੀ ਬਣ ਗਏ ਹਾਂ, ਉਮਰ ਬਹੁਤ ਲੰਮੀ ਹੋ ਗਈ ਹੈ। ਬਾਉ ਸੰਦੇ ਕੱਪੜੇ ਪਹਿਰੇ ਗਰਭ ਗਵਾਰ, ਕਿ ਬਾਉ ਹਵਾ ਆਦਿਕ ਪੰਜਾਂ ਤੱਤਾਂ ਦੁਆਰਾ ਰਚੇ ਹੋਏ ਸਰੀਰਾਂ ਰੂਪੀ ਕੱਪੜਿਆਂ ਨੂੰ ਪ੍ਰਾਪਤ ਕਰਕੇ ਮੂਰਖ ਜੀਵ ਦੇ ਅਧਿਆਸ ਕਰਕੇ ਬੇਅਰਥ ਹੀ ਹੰਕਾਰੀ ਹੋ ਰਹੇ ਹਨ। ਨਾਨਕ ਨਾਲ ਨਾ ਚੱਲਣੀ ਜਲ ਬਲ ਹੋਏ ਸ਼ਾਰ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਉਹ ਹਵਾ ਵਰਗੇ ਕੱਪੜੇ, ਸਵਾਸਾਂ ਰੂਪੀ ਕੱਪੜੇ, ਸਰੀਰਾਂ ਰੂਪੀ ਕੱਪੜੇ, 10ਮ ਦੁਆਰ 'ਚ ਪ੍ਰਾਣ ਚੜ੍ਹਾਉਣ ਰੂਪੀ ਕੱਪੜੇ ਜੋ ਪਹਿਰੇ ਹੋਏ ਹਨ, ਇਹ ਅੱਗੇ ਪਰਲੋਕ ਵਿੱਚ ਨਾਲ ਨਹੀਂ ਚੱਲਣਗੇ। ਇਹ ਸਾਰੇ ਇੱਥੇ ਹੀ ਜਲ ਬਲ ਹੋਏ ਸਾਰ, ਜਲ ਬਲ ਸੜ ਬਲ ਕੇ ਸੁਆਹ ਮਿੱਟੀ ਹੋ ਜਾਣਗੇ। ਪੌੜੀ ਦੇ ਅੰਦਰ ਅੱਗੇ ਸਮਝਾ ਰਹੇ ਹਨ, ਸੇਈ ਉਬਰੇ ਜਗ੍ਹਾ ਵਿੱਚ ਜੋ ਸੱਚਾ ਰੱਖੇ, ਹੇ ਭਾਈ ਉਹੀ ਪੁਰਸ਼ ਜਗ੍ਹਾ ਜਗ ਸੰਸਾਰ ਵਿੱਚ ਉਭਰੇ ਬਚੇ ਹਨ, ਜਿਹੜੇ ਸੱਚੇ ਪਰਮੇਸ਼ਰ ਨੇ ਆਪ ਕਿਰਪਾ ਕਰਕੇ ਆਪਣੀ ਸ਼ਰਨ ਦੇ ਵਿੱਚ ਰੱਖ ਲਏ ਹਨ। ਐਵੇਂ ਹੀ ਜੀਵ ਹੰਕਾਰ ਕਰੀ ਜਾਂਦਾ ਹੈ, ਤਰ੍ਹਾਂ ਤਰ੍ਹਾਂ ਦੇ ਕੱਪੜੇ ਪਾ ਕੇ। ਮਹਾਰਾਜ ਜੀ ਕਹਿਣ ਲੱਗੇ ਉਹੀ ਇਸ ਸੰਸਾਰ ਵਿੱਚ ਬਚੇ ਹਨ, ਜਿਹੜੇ ਸੱਚੇ ਪਰਮੇਸ਼ਰ ਨੇ ਆਪ ਕਿਰਪਾ ਕਰਕੇ ਆਪਣੀ ਸ਼ਰਨ ਵਿੱਚ ਰੱਖ ਲਏ ਹਨ। ਮੋਹਿ ਡਿਠੇ ਤਿਨਕੈ ਜੀਵਿਐ ਹਰ ਅੰਮ੍ਰਿਤ ਚਖੇ। ਉਹਨਾਂ ਪਿਆਰਿਆਂ ਦੇ ਮੋਹੇ ਮੁਖ ਦੇਖ ਕੇ ਭਾਵ ਦਰਸ਼ਨ ਕਰਕੇ ਜਿਉਂਦੇ ਹੋਈਦਾ ਹੈ। ਹਰ ਅੰਮ੍ਰਿਤ ਚਖੇ, ਜਿਹੜੇ ਗੁਰਮੁਖ ਆਪਣੀ ਰਸਨਾ ਕਰਕੇ ਹਰੀ ਦੇ ਨਾਮ ਅੰਮ੍ਰਿਤ ਨੂੰ ਚਖਦੇ ਹਨ, ਧਾਰਨ ਕਰਦੇ ਹਨ, ਨਾਮ ਜਪਦੇ ਹਨ। ਉਹਨਾਂ ਪਿਆਰਿਆਂ ਦੇ ਮੂੰਹ ਦੇਖ ਕੇ ਭਾਵ ਦਰਸ਼ਨ ਕਰਕੇ ਜਿਉਂਦੇ ਹੋਈਦਾ ਹੈ। ਕਾਮ ਕ੍ਰੋਧ ਲੋਭ ਮੋਹ ਸੰਗ ਸਾਧਾਂ ਭਖੇ। ਕਾਮ ਵਿਕਾਰ ਦ੍ਰਿਸ਼ਟੀ, ਕ੍ਰੋਧ ਗੁੱਸਾ, ਲੋਭ ਲਾਲਚ ਅਤੇ ਮੋਹ ਸਨੇਹ ਆਦਿਕ ਨੂੰ ਸਾਧੂਆਂ ਮਹਾਤਮਾ ਦੀ ਸੰਗਤ ਕਰਕੇ ਭਖਣਾ ਕਰੋ, ਭਾਵ ਨਾਸ ਕਰਨਾ ਕਰੋ। ਕਾਮ ਕ੍ਰੋਧ ਲੋਭ ਮੋਹ ਸੰਗ ਸਾਧਾਂ ਭਖੇ, ਕਿ ਕਾਮ ਵਿਕਾਰ ਦ੍ਰਿਸ਼ਟੀ, ਕ੍ਰੋਧ ਗੁੱਸਾ, ਲੋਭ ਲਾਲਚ ਅਤੇ ਸੰਬੰਧੀਆਂ ਦਾ ਸਨੇਹ ਹੈ ਜਿਹੜਾ, ਇਹ ਸਾਰਿਆਂ ਨੂੰ ਸਾਧੂਆਂ ਮਹਾਤਮਾ ਦੀ ਗੁਰੂਆਂ ਦੀ ਸੰਗਤ ਵਿੱਚ
ਭਖਣਾ ਕਰੋ ਭਾਵ ਨਾਸ ਕਰੋ। ਇਹ ਜਿਹੜੇ ਰੋਗ ਲੱਗੇ ਹਨ ਕਿ ਇਹ ਵਿਕਾਰ ਚੁੰਬੜੇ ਹਨ, ਉਹਨਾਂ ਨੂੰ ਸਤ ਸੰਗਤ ਦੇ ਵਿੱਚ ਆ ਕੇ ਨਾਸ ਕਰਨਾ ਕਰੋ। ਕਰ ਕਿਰਪਾ ਪ੍ਰਭ ਆਪਣੀ ਹਰ ਆਪ ਪਰਖੇ। ਹੇ ਪ੍ਰਭੂ ਤੁਸੀਂ ਆਪਣੀ ਆਪ ਹੀ ਦਇਆ ਦ੍ਰਿਸ਼ਟੀ ਕਰਨੀ ਕਰੋ। ਹੇ ਹਰੀ ਜਿਨ੍ਹਾਂ ਨੂੰ ਤੂੰ ਆਪ ਪਰਖ ਲਿਆ ਹੈ ਉਹ ਪੂਰਨ ਉਤਰੇ ਹਨ। ਜਿਹੜੇ ਤੈਂ ਵਿਸਾਰ ਦਿੱਤੇ ਹਨ ਉਹ ਇਸ ਲੋਕ ਦੇ ਵਿੱਚ ਵਿਕਾਰਾਂ ਦੇ ਵਿੱਚ ਲਵਾਏਮਾਨ ਹੋਏ ਰਹਿੰਦੇ ਹਨ। ਨਾਨਕ ਚਲਤ ਨਾ ਜਾਪਨੀ ਕੋ ਸਕੈ ਨਾ ਲਖੇ। ਕਿ ਸਤਿਗੁਰੂ ਜੀ ਕਥਨ ਕਰਦੇ ਹਨ, ਹੇ ਪਰਮੇਸ਼ਰ ਤੇਰੇ ਚਲਿੱਤਰ ਭਾਵ ਤੇਰੇ ਕੌਤਕ ਜਾਣੇ ਨਹੀਂ ਜਾਂਦੇ। ਕੋਈ ਪਿੱਛੇ ਵੀ ਨਹੀਂ ਸੀ ਜਾਣ ਸਕਿਆ, ਹੁਣ ਵੀ ਕੋਈ ਨਹੀਂ ਲੱਖ ਸਕਦਾ, ਅੱਗੇ ਨੂੰ ਵੀ ਕੋਈ ਲੱਖ ਨਹੀਂ ਸਕੇਗਾ, ਜਾਣ ਨਹੀਂ ਸਕੇਗਾ। ਸ਼ਲੋਕ ਮਹੱਲਾ ਪੰਜਵਾ। ਨਾਨਕ ਸੇਈ ਦਿਨਸ ਸੁਹਾਵੜਾ ਜਿਤ ਪ੍ਰਭ ਆਵੈ ਚਿਤ। ਜਿਤ ਦਿਨ ਬਿਸਰੈ ਪਾਰ ਬ੍ਰਹਮ ਫਿਟ ਭਲੇਰੀ ਰੁੱਤ। ਗੁਰੂ ਅਰਜਨ ਦੇਵ ਮਹਾਰਾਜ ਜੀ ਗੁਰਬਾਣੀ ਦੁਆਰਾ ਸਿੱਖਾਂ ਤਾਈਂ ਉਪਦੇਸ਼ ਬਖਸ਼ਿਸ਼ ਕਰਦੇ ਹਨ। ਸਿੱਖਾਂ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ ਕੋਲ ਪ੍ਰਸ਼ਨ ਕੀਤਾ ਕਿ ਮਹਾਰਾਜ ਕੋਈ ਕਹਿੰਦਾ ਹੈ ਕਿ ਸੋਮਵਾਰ ਚੰਗਾ ਹੁੰਦਾ ਹੈ, ਕੋਈ ਕਹਿੰਦਾ ਹੈ ਬੁੱਧਵਾਰ ਚੰਗਾ ਹੁੰਦਾ ਹੈ, ਕੋਈ ਕਿਸੇ ਰੁੱਤ ਨੂੰ ਚੰਗੀ ਮੰਨਦਾ ਹੈ, ਕੋਈ ਕਿਸੇ ਰੁੱਤ ਨੂੰ ਚੰਗੀ ਮੰਨਦਾ ਹੈ। ਆਪ ਹੀ ਕਿਰਪਾ ਕਰਕੇ ਦੱਸੋ ਕਿ ਕਿਹੜਾ ਦਿਨ ਚੰਗਾ ਹੈ ਅਤੇ ਕਿਹੜੀ ਰੁੱਤ ਚੰਗੀ ਹੈ। ਤਾਂ ਸਤਿਗੁਰੂ ਜੀ ਨੇ ਇਸ ਸ਼ਬਦ ਵਿੱਚ ਉਚਾਰਨ ਕਰਕੇ ਸਮਝਾਉਣਾ ਕੀਤਾ ਹੈ। ਮਹਾਰਾਜ ਜੀ ਕਹਿਣ ਲੱਗੇ, ਨਾਨਕ ਸੋਈ ਦਿਨਸ ਸੁਹਾਵੜਾ ਜਿਤ ਪ੍ਰਭ ਆਵੈ ਚਿੱਤ। ਸਤਿਗੁਰੂ ਜੀ ਕਥਨ ਕਰਦੇ ਹਨ, ਹੇ ਭਾਈ ਉਹ ਦਿਨ ਸੁਹਾਵੜਾ ਸੋਭਨੀਕ ਹੈ ਜਿਸ ਵਿੱਚ ਮੇਰਾ ਪ੍ਰਭੂ ਵਾਹਿਗੁਰੂ ਚੇਤੇ ਆ ਜਾਵੇ। ਉਹੀ ਦਿਨ ਉਹੀ ਰੁੱਤ ਸੁਹਾਵੜਾ ਹੈ ਜਿਸ ਦਿਨ ਵਾਹਿਗੁਰੂ ਚੇਤੇ ਆ ਜਾਵੇ। ਦਿਨਸ ਦੀ ਨਿਆਈ ਗਿਆਨਵਾਨ ਵੀ ਉਹ ਪੁਰਸ਼ ਸੋਭਨੀਕ ਕਹਾਉਂਦਾ ਹੈ ਜਿਸ ਦੇ ਹਿਰਦੇ ਵਿੱਚ ਸਦਾ ਵਾਹਿਗੁਰੂ ਚੇਤੇ ਰਹਿੰਦਾ ਹੈ। ਹਰ ਟਾਈਮ ਪਰਮੇਸ਼ਰ ਦਾ ਨਾਮ ਜ਼ੁਬਾਨ 'ਤੇ ਚੱਲਦਾ ਹੈ ਤੇ ਹਿਰਦੇ ਵਿੱਚ ਪਰਮੇਸ਼ਰ ਵਸਿਆ ਹੋਇਆ ਹੈ ਜਿਸ ਦੇ, ਉਹ ਹੀ ਸੁਹਾਵੜਾ ਹੈ, ਉਹ ਹੀ ਰੁੱਤ ਸੋਭਨੀਕ ਹੈ ਜਿਸ ਸਮੇਂ ਵਿੱਚ ਪਰਮੇਸ਼ਰ ਦਾ ਨਾਮ ਜਪਿਆ ਜਾਵੇ। ਜਿਤ ਦਿਨ ਵਿਸਰੈ ਪਾਰ ਬ੍ਰਹਮ ਫਿਟ ਭਲੇਰੀ ਰੁੱਤ। ਜਿਸ ਦਿਨ ਵਿੱਚ ਪਰਮੇਸ਼ਰ ਭੁੱਲ ਜਾਂਦਾ ਹੈ ਉਹ ਭਲੇਰੀ, ਉਹ ਚੰਗੀ ਰੁੱਤ ਵੀ ਫਿਟਕਾਰਯੋਗ ਹੈ। ਜਿਸ ਦਿਨ ਦੀ ਨਿਆਈ ਗਿਆਨਵਾਨ ਨੂੰ ਪਰਮੇਸ਼ਰ ਭੁੱਲ ਜਾਂਦਾ ਹੈ। ਗਿਆਨਵਾਨ ਕਹਾਉਂਦਾ ਹੈ ਪਰ ਪਰਮੇਸ਼ਰ ਭੁੱਲ ਜਾਂਦਾ ਹੈ। ਉਸ ਦੀ ਅਵਸਥਾ ਰੂਪੀ ਰੁੱਤ ਤਾਈਂ ਫਿੱਟੇ ਮੂੰਹ ਹੈ। ਜਦੋਂ ਪਰਮੇਸ਼ਰ ਦਾ ਚੇਤਾ ਹੀ ਭੁੱਲ ਗਿਆ, ਉਸ ਦੀ ਅਵਸਥਾ ਰੂਪੀ ਰੁੱਤ ਤਾਈਂ ਫਿੱਟੇ ਮੂੰਹ ਹੈ। ਚਾਹੇ ਉਹ ਬਾਲਕ ਅਵਸਥਾ ਰੂਪੀ ਰੁੱਤ ਹੈ, ਚਾਹੇ ਜਵਾਨੀ ਅਵਸਥਾ ਰੂਪੀ ਰੁੱਤ ਹੈ, ਚਾਹੇ ਬਿਰਧ ਅਵਸਥਾ ਰੂਪੀ ਰੁੱਤ ਹੈ। ਜਿਸ ਦਿਨ ਵਾਹਿਗੁਰੂ ਭੁੱਲ ਗਿਆ ਉਹ ਫਿਟਕਾਰਨੇ ਯੋਗ ਹੈ। ਚਾਹੇ ਉਸ ਦੀ ਜਾਗਤ ਅਵਸਥਾ ਹੈ, ਚਾਹੇ ਸੁਪਨ ਅਵਸਥਾ ਹੈ, ਚਾਹੇ ਸੁਖੋਵਤੀ ਅਵਸਥਾ ਹੈ, ਚਾਹੇ ਤੁਰਿਆ ਰੂਪੀ ਰੁੱਤ ਦਾ ਮਾਣ ਕਰੇ, ਉਹ ਫਿਟਕਾਰਨੇ ਯੋਗ ਹੈ। ਚਾਹੇ ਉਹ ਸਤਿਯੁਗ ਦੀ ਰੁੱਤ ਹੈ, ਚਾਹੇ ਤ੍ਰੇਤੇ ਦੀ ਰੁੱਤ ਹੈ, ਚਾਹੇ ਦੁਆਪਰ ਦੀ ਰੁੱਤ ਹੈ, ਚਾਹੇ ਕਲਯੁਗ ਦੀ ਰੁੱਤ ਹੈ। ਜੇਕਰ ਪਰਮੇਸ਼ਰ ਭੁੱਲ ਗਿਆ ਤਾਂ ਉਹ ਫਿਟਕਾਰਨੇ ਯੋਗ ਹੈ। ਮਹੱਲਾ ਪੰਜਵਾ। ਨਾਨਕ ਮਿਤਰਾਈ ਤਿਸ ਸਿਉ ਸਭ ਕਿਸ ਜਿਸ ਕੈ ਹਾਥ। ਕਮਿਤਰਾ ਸੇਈ ਕਾਂਢੀ ਹੈ ਇੱਕ ਬਿਖ ਨਾ ਚਲਹਿ ਸਾਥ। ਗੁਰੂ ਅਰਜਨ ਦੇਵ ਮਹਾਰਾਜ ਜੀ ਬੜੇ ਹੀ ਵਿਸਥਾਰ ਦੇ ਨਾਲ ਸਮਝਾ ਰਹੇ ਹਨ। ਨਾਨਕ ਮਿਤਰਾਈ ਤਿਸ ਸਿਉ
ਸਤਿਗੁਰੂ ਜੀ ਕਥਨ ਕਰਦੇ ਹਨ ਕਿ ਉਸ ਪ੍ਰਭੂ ਦੇ ਨਾਲ ਮਿੱਤਰਾਈ ਮਿੱਤਰਤਾ ਕਰਨੀ ਚਾਹੀਦੀ ਹੈ। ਤਿਸ ਸਿਉਂ ਕਿ ਉਸ ਪ੍ਰਭੂ ਦੇ ਨਾਲ ਮਿੱਤਰਾਈ ਮਿੱਤਰਤਾ ਕਰਨੀ ਚਾਹੀਦੀ ਹੈ। ਸਭ ਕਿਸ ਜਿਸ ਕੈ ਹਾਥ, ਕਿ ਜਿਸ ਵਾਹਿਗੁਰੂ ਦੇ ਹੱਥ ਵਿੱਚ ਸਭ ਕੁਝ ਹੈ, ਸਾਰਾ ਕੁਝ ਹੈ, ਕਿ ਉਹ ਪਰਮੇਸ਼ਰ ਸਭ ਕੁਝ ਦੇਣ ਵਾਲਾ ਹੈ ਤੇ ਦਿੰਦਾ ਹੈ। ਉਸ ਦੇ ਨਾਲ ਹੀ ਮਿੱਤਰਤਾ ਪਾਉਣੀ ਚਾਹੀਦੀ ਹੈ ਕਿ ਜੇ ਕਿਸੇ ਜੀਵ ਕੋਲੋਂ ਮੰਗੋਗੇ ਤਾਂ ਦੁਬਾਰਾ ਵਾਪਸ ਮੰਗੇਗਾ। ਜੇ ਕੋਈ ਕਿਸੇ ਤੇ ਉਪਕਾਰ ਕਰ ਦੇਗਾ, ਅਹਿਸਾਨ ਕਰੇਗਾ, ਪਰਮੇਸ਼ਰ ਦਿੰਦਾ ਵੀ ਹੈ, ਆਸਾਨ ਨਹੀਂ ਕਰਦਾ, ਤੇ ਜਦ ਦੇ ਦਿੰਦਾ ਹੈ ਫਿਰ ਦੁਬਾਰਾ ਵੀ ਮੰਗਦਾ ਨਹੀਂ ਹੈ। ਉਸ ਪਰਮੇਸ਼ਰ ਦੇ ਨਾਲ ਮਿੱਤਰਤਾ ਕਰਨੀ ਚਾਹੀਦੀ ਹੈ। ਕੁਮਿੱਤਰਾ ਸੇਈ ਕਾਂਢੀਐ ਇੱਕ ਬਿਖ ਨਾ ਚੱਲਹਿ ਨਾਲ। ਕੁਮਿੱਤਰਾ ਖੋਟੇ ਮਿੱਤਰ ਉਹਨਾਂ ਨੂੰ ਕਿਹਾ ਜਾਂਦਾ ਹੈ ਜਿਸ ਵੇਲੇ ਕੋਈ ਬਿਪਤਾ ਆ ਬਣੇ ਤਾਂ ਉਦੋਂ ਇੱਕ ਕਦਮ ਵੀ ਸਾਥ ਨਹੀਂ ਚੱਲਦੇ। ਕੁਮਿੱਤਰਾ ਸੇਈ ਕਾਂਢੀਐ ਇੱਕ ਬਿਖ ਨਾ ਚੱਲਹਿ ਸਾਥ, ਕਿ ਕੁਮਿੱਤਰਾ ਖੋਟੇ ਮਿੱਤਰ ਉਹਨਾਂ ਨੂੰ ਕਾਂਢੀਐ ਕਿਹਾ ਜਾਂਦਾ ਹੈ। ਜਿਸ ਵੇਲੇ ਕੋਈ ਬਿਪਤਾ ਆ ਬਣੇ ਤਾਂ ਉਦੋਂ ਇੱਕ ਬਿਖ ਇੱਕ ਕਦਮ ਵੀ ਨਾਲ ਨਹੀਂ ਚੱਲਦੇ। ਇਸੇ ਪ੍ਰਕਾਰ ਇਹ ਸਰੀਰ ਖੋਟੇ ਮਿੱਤਰ ਦੀ ਨਿਆਈ ਕਹੀਦਾ ਹੈ। ਜਿਸ ਵੇਲੇ ਜੀਵ ਆਤਮਾ ਪਰਲੋਕ ਨੂੰ ਗਮਨ ਕਰੇਗੀ ਤਾਂ ਉਦੋਂ ਇਹ ਸਰੀਰ ਜਿਸ ਨੂੰ ਸਾਰੀ ਜ਼ਿੰਦਗੀ ਪਾਲਦਾ ਪੋਸਦਾ ਰਿਹਾ, ਖਵਾਉਂਦਾ ਪਿਲਾਉਂਦਾ ਰਿਹਾ, ਉਹ ਇੱਕ ਕਦਮ ਵੀ ਨਾਲ ਵਿਦਾ ਕਰਨ ਲਈ ਨਹੀਂ ਚੱਲੇਗਾ। ਜਿਹੜੀ ਜੀਵ ਆਤਮਾ ਕਿ ਇਸ ਦੇ ਵਿੱਚ ਹੈ, ਉਹ ਇਸ ਖੋਟੇ ਮਿੱਤਰ ਦੀ ਨਿਆਈ ਕਹੀਦਾ ਹੈ ਇਹ ਸਰੀਰ। ਇਸੇ ਪ੍ਰਕਾਰ ਇਹ ਸਰੀਰ ਖੋਟੇ ਮਿੱਤਰ ਦੀ ਨਿਆਈ ਕਹੀਦਾ ਹੈ। ਜਿਸ ਵੇਲੇ ਜੀਵ ਆਤਮਾ ਪਰਲੋਕ ਨੂੰ ਗਮਨ ਕਰੇਗੀ, ਇਸ ਸਰੀਰ ਨੂੰ ਛੱਡ ਕੇ ਜਾਏਗੀ, ਤਾਂ ਉਦੋਂ ਇਹ ਸਰੀਰ ਜਿਸ ਨੂੰ ਸਾਰੀ ਜ਼ਿੰਦਗੀ ਜੀਵ ਆਤਮਾ ਪਾਲਦੀ ਰਹਿੰਦੀ ਹੈ ਤੇ ਪਾਲਣਾ ਪੋਸਣਾ ਕਰਦੀ ਹੈ, ਖਵਾਉਣਾ ਕਰਦੀ ਹੈ, ਪਿਆਉਣਾ ਕਰਦੀ ਹੈ, ਉਹ ਇੱਕ ਕਦਮ ਵੀ ਇਹ ਜੀਵ ਆਤਮਾ ਦੇ ਨਾਲ ਨਹੀਂ ਚੱਲਦਾ, ਕਿ ਇੱਕ ਕਦਮ ਵੀ ਨਹੀਂ ਚੱਲੇਗਾ। ਪੌੜੀ ਦੇ ਅੰਦਰ ਮਹਾਰਾਜ ਜੀ ਸਮਝਾ ਰਹੇ ਹਨ, ਅੰਮ੍ਰਿਤ ਨਾਮ ਨਿਧਾਨ ਹੈ, ਮਿਲ ਪੀਵੋ ਭਾਈ, ਜਿਸ ਸਿਮਰਤ ਸੁਖ ਪਾਈਐ, ਸਭ ਤਿਖਾ ਬੁਝਾਈ। ਕਰ ਸੇਵਾ ਪਾਰ ਬ੍ਰਹਮ ਗੁਰ, ਭੁੱਖ ਰਹੈ ਨਾ ਕਾਈ, ਸਗਲ ਮਨੋਰਥ ਪੁੰਨਿਆ, ਅਮਰਾ ਪਦ ਪਾਈ। ਤੁਧ ਜੀਵੜ ਤੂੰ ਹੈ ਪਾਰ ਬ੍ਰਹਮ, ਨਾਨਕ ਸਰਣਾਈ। ਪੌੜੀ ਦੇ ਅੰਦਰ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਸਮਝਾ ਰਹੇ ਹਨ, ਅੰਮ੍ਰਿਤ ਨਾਮ ਨਿਧਾਨ ਹੈ, ਮਿਲ ਪੀਵੋ ਭਾਈ। ਭਾਈ ਹੈ ਭਰਾਵੋ, ਪਰਮਾਤਮਾ ਦਾ ਨਾਮ ਰੂਪੀ ਅੰਮ੍ਰਿਤ ਦੈਵੀ ਗੁਣਾਂ ਦਾ ਖਜ਼ਾਨਾ ਹੈ। ਇਸ ਨਾਮ ਅੰਮ੍ਰਿਤ ਨੂੰ ਸਾਧ ਸੰਗਤ ਵਿੱਚ ਮਿਲ ਕਰਕੇ ਪੀਣਾ ਕਰੋ, ਕਿ ਜੋ ਅੰਮ੍ਰਿਤ ਦਾ ਖਜ਼ਾਨਾ ਨਾਮ ਹੈ, ਇਹ ਸਾਧ ਸੰਗਤ ਦੇ ਵਿੱਚੋਂ ਮਿਲਦਾ ਹੈ। ਸਤ ਸੰਗਤ ਦੇ ਵਿੱਚ, ਸਾਧ ਸੰਗਤ ਦੇ ਵਿੱਚ ਆ ਕੇ ਅੰਮ੍ਰਿਤ ਨਾਮ ਨੂੰ ਪੀਣਾ ਕਰੋ। ਜਿਸ ਸਿਮਰਤ ਸੁਖ ਪਾਈ ਹੈ, ਜਿਸ ਨਾਮ ਦੇ ਸਿਮਰਨ ਕਰਕੇ ਆਤਮਿਕ ਆਨੰਦ ਪਾਉਣਾ ਕਰੀਦਾ ਹੈ, ਅਤੇ ਸਭ ਤਿੱਖਾ ਬੁਝਾਈ, ਨਾਮ ਰੂਪੀ ਜਲ ਨਾਲ ਸਾਰੀਆਂ ਜਨਮਾਂ ਜਨਮਾਤਰਾਂ ਦੀਆਂ ਆਸਾ ਤ੍ਰਿਸ਼ਨਾ ਰੂਪੀ ਤੇਹਾਂ ਜੋ ਤੇਹ ਹੈ ਉਹ ਬੁਝਾ ਲਈਦੀ ਹੈ। ਕਰ ਸੇਵਾ ਪਾਰ ਬ੍ਰਹਮ ਗੁਰ, ਭੁੱਖ ਰਹਿ ਨਾ ਕਾਈ। हे ਭਾਈ, ਪਰਮੇਸ਼ਰ ਸਰੂਪ ਗੁਰੂ ਸਾਹਿਬ ਜੀ ਦੀ ਸੇਵਾ ਕਰਕੇ ਲੋਕ ਪਰਲੋਕ ਦੇ ਪਦਾਰਥਾਂ ਤੱਕ ਤੇ ਸੁੱਖਾਂ ਦੀ ਕੋਈ ਵੀ ਸੁਧਾ ਨਹੀਂ ਰਹੇਗੀ, ਕੋਈ ਭੁੱਖ ਨਹੀਂ ਰਹਿੰਦੀ। ਸਗਲ ਮਨੋਰਥ ਪੁੰਨਿਆ, ਅਮਰਾ ਪਦ ਪਾਈ। ਸਗਲ ਸਾਰੇ ਮਨੋਰਥ ਮਨ ਦੇ ਸੰਕਲਪ ਪੂਰੇ ਹੋ ਜਾਣਗੇ ਅਤੇ ਅਮਰਾ ਪਦ
ਮਰਨ ਤੋਂ ਰਹਿਤ ਪਦਵੀ ਪਾ ਲਈ ਜਾਵੇਗੀ। ਤੁਧ ਜੀਵੜ ਤੂੰ ਹੈ ਭਾਰ ਬ੍ਰਹਮ ਨਾਨਕ ਸਰਣਾਈ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਕਥਨ ਕਰਦੇ ਹਨ ਕਿ ਹੇ ਪਾਰ ਬ੍ਰਹਮ ਪਰਮੇਸ਼ਰ, ਤੇਰੇ ਜਿੱਡਾ ਤੂੰ ਆਪ ਹੀ ਹੈ। ਅਸੀਂ ਆਪ ਜੀ ਦੀ ਸ਼ਰਨ ਵਿੱਚ ਆਏ ਹਾਂ। ਸਲੋਕ ਮਹੱਲਾ ਪੰਜਵਾ। ਡਿਠੜੋ ਹਬ ਠਾਏ ਊਣ ਨਾ ਕਾਈ ਜਾਏ, ਨਾਨਕ ਲੱਦਾ ਤਿੰਨ ਸੁਆਓ ਜਿਨ੍ਹਾਂ ਸਤਿਗੁਰ ਭੇਟਿਆ। ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਬੜੇ ਹੀ ਵਿਸਥਾਰ ਦੇ ਨਾਲ ਸਮਝਾ ਰਹੇ ਹਨ। ਡਿਠੜੋ ਹਬ ਠਾਏ ਕਿ ਹੇ ਭਾਈ, ਅਸੀਂ ਸਭ ਠਾਏ ਸਭ ਜਗ੍ਹਾ ਲੋਕ ਪਰਲੋਕ 14 ਲੋਕਾਂ ਦੀਆਂ ਜਗ੍ਹਾ ਵਿੱਚ ਡਿਠੜੇ ਦੇਖਿਆ ਹੈ। ਊਣ ਨਾ ਕਾਈ ਜਾਏ, ਕੋਈ ਜਗ੍ਹਾ ਵੀ ਊਣ ਤਾਈ ਵਾਲੀ ਨਹੀਂ ਹੈ। ਭਾਵ ਸਾਰਿਆਂ ਥਾਵਾਂ ਵਿੱਚ ਪਰਮੇਸ਼ਰ ਵਿਆਪਕ ਹੈ। ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਕਥਨ ਕਰਦੇ ਹਨ, ਡਿਠੜੋ ਹਬ ਠਾਏ ਊਣ ਨਾ ਕਾਈ ਜਾਏ। ਹੇ ਭਾਈ, ਮਹਾਰਾਜ ਜੀ ਕਹਿਣ ਲੱਗੇ ਅਸੀਂ ਸਭ ਜਗ੍ਹਾ ਲੋਕ ਪਰਲੋਕ 14 ਲੋਕਾਂ ਦੀਆਂ ਜਗ੍ਹਾ ਵਿੱਚ ਦੇਖਿਆ ਹੈ, ਕੋਈ ਜਗ੍ਹਾ ਵੀ ਊਣ ਤਾਈ ਵਾਲੀ ਨਹੀਂ ਹੈ। ਭਾਵ ਸਾਰਿਆਂ ਥਾਵਾਂ ਵਿੱਚ ਪਰਮੇਸ਼ਰ ਵਿਆਪਕ ਹੈ। ਨਾਨਕ ਲੱਦਾ ਤਿੰਨ ਸੁਆਓ ਜਿਨ੍ਹਾਂ ਸਤਿਗੁਰ ਭੇਟਿਆ। ਗੁਰੂ ਅਰਜਨ ਦੇਵ ਮਹਾਰਾਜ ਜੀ ਕਥਨ ਕਰਦੇ ਹਨ ਕਿ ਉਹਨਾਂ ਨੇ ਹੀ ਸੁਆਓ ਅਸਲੀ ਲਾਭ ਪ੍ਰਯੋਜਨ ਲੱਭਿਆ ਹੈ, ਜਿਨ੍ਹਾਂ ਨੂੰ ਸੱਚਾ ਗੁਰੂ ਮਿਲਿਆ ਹੈ। ਮਹੱਲਾ ਪੰਜਵਾ। ਪੰਜਵੇਂ ਪਾਤਸ਼ਾਹ 319 ਅੰਗ ਤੇ ਕਥਨ ਕਰਦੇ ਹਨ, ਦਾਮਨੀ ਚਮਤਕਾਰ ਤਿਉ ਵਰਤਾਰਾ ਜਗ ਖੇ, ਬਾਥ ਸੁਹਾਵੀ ਸਾਏ ਨਾਨਕ ਨਾਉ ਜਪੰਦੋ ਤਿਸ ਧਣੀ। ਕਿ ਪੋਠੋ ਦੇਸ਼ ਦੀ ਬੋਲੀ ਹੈ ਕਿ ਸਮਝ ਘੱਟ ਆਉਂਦੀ ਹੈ। ਦਾਮਨੀ ਚਮਤਕਾਰ, ਜਿਵੇਂ ਆਕਾਸ਼ ਵਿੱਚ ਦਾਮਨੀ ਬਿਜਲੀ ਦਾ ਚਮਤਕਾਰ ਚਮਕਾਰਾ ਥੋੜ੍ਹਾ ਚਿਰ ਹੀ ਪੈਂਦਾ ਹੈ, ਇੱਕ ਵਾਰੀ ਤਾਰ ਜੀ ਬਣ ਕੇ ਉਸੇ ਟਾਈਮ ਹੀ ਮਿਟ ਜਾਂਦੀ ਹੈ। ਤਿਵੇਂ ਹੀ ਤਿਉਂ ਵਰਤਾਰਾ ਜਗ ਖੇ, ਤਿਵੇਂ ਹੀ ਜਗ ਸੰਸਾਰ ਦਾ ਵਰਤਾਰਾ ਹੀ ਥੋੜ੍ਹਾ ਚਿਰ ਹੀ ਹੈ। ਭਾਵ ਚੇਤਨ ਦੇ ਆਸਰੇ ਮਾਇਆ ਰੂਪੀ ਬਿਜਲੀ ਝੂਠੇ ਪਦਾਰਥਾਂ ਦਾ ਲਿਸ਼ਕਾਰਾ ਦੇ ਕੇ ਚਲੀ ਜਾਂਦੀ ਹੈ, ਫਿਰ ਇਹ ਸਭ ਕੁਝ ਖਤਮ ਹੋ ਜਾਂਦਾ ਹੈ। ਦਾਮਨੀ ਚਮਤਕਾਰ ਤਿਉਂ ਵਰਤਾਰਾ ਜਗ ਖੇ, ਜਿਵੇਂ ਆਕਾਸ਼ ਵਿੱਚ ਬਿਜਲੀ ਦਾ ਚਮਕਾਰਾ ਥੋੜ੍ਹਾ ਚਿਰ ਹੀ ਪੈਂਦਾ ਹੈ, ਤਿਵੇਂ ਹੀ ਸੰਸਾਰ ਦਾ ਵਰਤਾਰਾ ਵੀ ਥੋੜ੍ਹਾ ਚਿਰ ਹੀ ਹੈ। ਭਾਵ ਚੇਤਨ ਦੇ ਆਸਰੇ ਮਾਇਆ ਰੂਪੀ ਬਿਜਲੀ ਝੂਠੇ ਪਦਾਰਥਾਂ ਦਾ ਲਿਸ਼ਕਾਰਾ ਦੇ ਕੇ ਚਲੀ ਜਾਂਦੀ ਹੈ, ਫਿਰ ਇਹ ਸਭ ਕੁਝ ਖਤਮ ਹੋ ਜਾਂਦਾ ਹੈ। ਬਾਥ ਸੁਹਾਵੀ ਸਾਏ ਨਾਨਕ ਨਾਉ ਜਪੰਦੜੋ ਤਿਸ ਧਣੀ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਜਿਹੜੇ ਉਸ ਧਣੀ, ਉਸ ਮਾਲਕ ਵਾਹਿਗੁਰੂ ਦਾ ਨਾਮ ਜਪੰਦੋ ਜਪਦੇ ਹਨ, ਉਹਨਾਂ ਨੂੰ ਆਤਮਾਨੰਦ ਦੀ ਸਖਿਆਤਤਾ ਰੂਪੀ ਵਸਤੂ ਸੁਹਾਵੀ ਸੋਭ ਨੀਕ ਹੋਈ ਹੈ। ਉਹਨਾਂ ਦੀ ਜ਼ਿੰਦਗੀ ਰੂਪੀ ਦੇਹ ਰੂਪੀ ਵਸਤੂ ਸੋਭ ਨੀਕ ਹੋਈ ਹੈ। ਬੱਥ ਸੁਹਾਵੀ ਸਾਏ ਨਾਨਕ ਨਾਉ ਜਪੰਦੋ ਤਿਸ ਧਣੀ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਜਿਹੜੇ ਉਸ ਧਣੀ, ਉਸ ਮਾਲਕ ਦਾ ਨਾਮ ਜਪਦੇ ਹਨ, ਉਹਨਾਂ ਨੂੰ ਆਤਮਾਨੰਦ ਦੀ ਸਖਿਆਤਤਾ ਰੂਪੀ ਵਸਤੂ ਸੋਭ ਨੀਕ ਹੋਈ ਹੈ। ਉਹਨਾਂ ਦੀ ਜ਼ਿੰਦਗੀ ਦੇਹ ਰੂਪੀ ਵਸਤੂ ਸੋਭ ਨੀਕ ਹੈ। ਪੌੜੀ ਦੇ ਅੰਦਰ ਮਹਾਰਾਜ ਜੀ ਕਥਨ ਕਰਦੇ ਹਨ, ਸਿਮਰਤ ਸ਼ਾਸਤਰ ਸੋਧ ਸਭ ਕਿਨੈ ਕੀਮ ਨਾ ਜਾਣੀ, ਜੋ ਜਨ ਭੇਟੈ ਸਾਧ ਸੰਗ ਸੋ ਹਰ ਰੰਗ ਮਾਣੀ। ਸਿਮਰਤ ਸ਼ਾਸਤਰ ਸੋਧ ਸਭ। ਮਹਾਰਾਜ ਜੀ ਕਹਿਣ ਲੱਗੇ ਸਿਮਰਤ 27 ਸਿਮਰਤੀਆਂ,
शास्त्र से शास्त्र आदਿਕ ਸਾਰਿਆਂ ਤਾਈਂ ਸੋਧ ਖੋਜ ਕਰਕੇ ਵੇਖਿਆ ਹੈ, ਪਰੰਤੂ ਕਿਨੈ ਕੀਮ ਨਾ ਜਾਣੀ। ਪਰੰਤੂ ਕਿਸੇ ਨੇ ਵੀ ਪਰਮਾਤਮਾ ਦਾ ਅੰਤ ਰੂਪੀ ਕੀਮਤ ਨਹੀਂ ਜਾਣਨਾ ਕੀਤੀ। 27 ਸਿਮਰਤੀਆਂ ਸੇ ਸ਼ਾਸਤਰ ਆਦਿਕ ਸਾਰਿਆਂ ਤਾਈਂ ਖੋਜ ਕਰਕੇ ਵੇਖਿਆ ਹੈ, ਪਰੰਤੂ ਕਿਸੇ ਨੇ ਵੀ ਪਰਮਾਤਮਾ ਦਾ ਅੰਤ ਕਿ ਪਰਮਾਤਮਾ ਦੀ ਕੀਮਤ ਨਹੀਂ ਜਾਣਨਾ ਕੀਤੀ। ਜੋ ਜਨ ਭੇਟੈ ਸਾਧ ਸੰਗ, ਜਿਹੜੇ ਜਨ ਜਿਹੜੇ ਪੁਰਸ਼ ਸਤ ਸੰਗਤ ਦੇ ਨਾਲ ਮਿਲ ਜਾਂਦੇ ਹਨ, ਸੋ ਹਰ ਰੰਗ ਮਾਣੀ। ਉਹ ਗੁਰਾਂ ਦੁਆਰਾ ਹਰੀ ਪਰਮੇਸ਼ਰ ਦੇ ਆਨੰਦ ਨੂੰ ਮਾਣਦੇ ਹਨ। ਸੱਚ ਨਾਮ ਕਰਤਾ ਪੁਰਖ ਇਹ ਰਤਨਾ ਖਾਣੀ। ਕਰਤਾ ਕਰਨਹਾਰ ਪੁਰਖ ਪੂਰਨ ਪਰਮੇਸ਼ਰ ਦਾ ਜੋ ਸੱਚ ਨਾਮ ਹੈ, ਇਹ ਰਤਨਾ ਮਾਣਕਾਂ ਦੀ ਖਾਣ ਹੈ। ਸੱਚ ਨਾਮ ਇਹ ਸਰੂਪ ਲਖਣ ਹਨ ਅਤੇ ਕਰਤਾ ਪੁਰਖ ਤਸਸ਼ਟੀ ਲਖਣ ਵਾਲਾ ਲਖਣ ਹਨ। ਇਹਨਾਂ ਰਤਨਾਂ ਦੀ ਖਾਣ ਸਰੂਪ ਲਖਣ ਜਿਹੜੇ ਹਰ ਵਕਤ ਸਰੂਪ ਵਿੱਚ ਵਰਤਣ, ਉਹ ਸਰੂਪ ਲਖਣ ਹੁੰਦੇ ਹਨ। ਮਹਾਰਾਜ ਜੀ ਨੇ ਸਮਝਾਉਣਾ ਕੀਤਾ ਹੈ, ਸੱਚ ਨਾਮ ਕਰਤਾ ਪੁਰਖ ਇਹ ਰਤਨਾ ਖਾਣੀ। ਕਰਤਾ ਕਰਨਹਾਰ ਪੂਰਨ ਪਰਮੇਸ਼ਰ ਦਾ ਜੋ ਸੱਚਾ ਨਾਮ ਹੈ, ਇਹ ਰਤਨਾ ਦੀ ਖਾਣ ਹੈ, ਮਾਣਕਾਂ ਦੀ ਖਾਣ ਹੈ। ਮਹਾਰਾਜ ਜੀ ਅੱਗੇ ਸਮਝਾ ਰਹੇ ਹਨ, ਗੁਰੂ ਅਰਜਨ ਦੇਵ ਜੀ, ਮਸਤਕ ਹੋਵੇ ਲਿਖਿਆ ਹਰ ਸਿਮਰ ਪ੍ਰਾਣੀ। ਜਿਸ ਦੇ ਮਸਤਕ ਮੱਥੇ ਉੱਪਰ ਪੂਰਬਲੇ ਸ੍ਰੇਸ਼ਟ ਕਰਮਾਂ ਦਾ ਲੇਖ ਲਿਖਿਆ ਹੋਵੇ, ਉਹ ਪ੍ਰਾਣ ਧਾਰੀ ਜੀਵ ਪਰਮੇਸ਼ਰ ਦੇ ਨਾਮ ਨੂੰ ਸਿਮਰਨਾ ਕਰਦਾ ਹੈ। ਮਸਤਕ ਹੋਵੇ ਲਿਖਿਆ ਹਰ ਸਿਮਰ ਪ੍ਰਾਣੀ। ਜਿਸ ਦੇ ਮਸਤਕ ਮੱਥੇ ਉੱਪਰ ਪੂਰਬਲਾ ਪਿਛਲੇ ਕਰਮਾਂ ਦਾ ਲੇਖ ਲਿਖਿਆ ਹੋਵੇ, ਉਹ ਪ੍ਰਾਣੀ ਪ੍ਰਾਣ ਧਾਰੀ ਜੀਵ ਪਰਮੇਸ਼ਰ ਦੇ ਨਾਮ ਨੂੰ ਸਿਮਰਨਾ ਕਰਦਾ ਹੈ। ਤੋਸਾ ਦਿਚੈ ਸੱਚ ਨਾਮ ਨਾਨਕ ਮਹਿਮਾਣੀ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਉਸ ਪਰਮੇਸ਼ਰ ਅੱਗੇ ਇਸ ਪ੍ਰਕਾਰ ਬੇਨਤੀ ਕਰੋ ਕਿ ਹੇ ਪਰਮੇਸ਼ਰ, ਅਸੀਂ ਇਸ ਸੰਸਾਰ ਵਿੱਚ ਮਹਿਮਾਣੀ ਪ੍ਰਾਹੁਣੇ ਹਾਂ। ਸਾਨੂੰ ਆਪਣੇ ਸੱਚੇ ਨਾਮ ਦਾ ਤੋਸਾ, ਸੱਚੇ ਨਾਮ ਦਾ ਖਰਚ ਦਿਚੈ ਦੇਣਾ ਕਰੋ ਕਿ ਖੰਡ ਘਿਓ ਮੈਦਾ ਤਿੰਨਾਂ ਨੂੰ ਇੱਕੋ ਜਿਹਾ ਲੈ ਕੇ ਬਣਾਏ ਹੋਏ ਪ੍ਰਸਾਦੇ ਨੂੰ ਤੋਸਾ ਕਹਿੰਦੇ ਸਨ। ਇਸੇ ਪ੍ਰਕਾਰ ਜੋ ਭਗਤੀ ਰੂਪੀ ਖੰਡ, ਪ੍ਰੇਮ ਰੂਪੀ ਘਿਓ, ਗਿਆਨ ਰੂਪੀ ਮੈਦਾ ਲੈ ਕੇ ਤਿੰਨਾਂ ਨੂੰ ਮਿਲਾ ਕੇ ਜੋ ਸੱਚਾ ਨਾਮ ਰੂਪੀ ਤੋਸਾ ਬਣਿਆ ਹੈ, ਇਹੋ ਹੀ ਸੱਚੇ ਨਾਮ ਦਾ ਸਾਨੂੰ ਖਰਚ ਦਿਓ। ਅਸੀਂ ਪ੍ਰਾਹੁਣਚਾਰੀ ਦੀ ਨਿਆਈ ਦੁਨੀਆ ਵਿੱਚ ਆਏ ਹਾਂ, ਇਹ ਤੁਸੀਂ ਸਾਡੀ ਮਹਿਮਾਣੀ ਪ੍ਰਾਹੁਣਚਾਰੀ ਕਰੋ। ਮਹਾਰਾਜ ਜੀ ਨੇ ਬੜੇ ਹੀ ਵਿਸਥਾਰ ਦੇ ਨਾਲ ਗੁਰਬਾਣੀ ਦੁਆਰਾ ਸਮਝਾਉਣਾ ਕੀਤਾ ਹੈ ਕਿ ਜੀਵ ਇਹ ਪ੍ਰਾਹੁਣਚਾਰੀ ਤੌਰ 'ਤੇ ਆਇਆ ਹੋਇਆ ਹੈ। ਜੈਸੇ ਕਿਸੇ ਘਰ ਦੇ ਵਿੱਚ ਕੋਈ ਬਟਾਊ, ਕੋਈ ਰਿਸ਼ਤੇਦਾਰ ਆ ਜਾਂਦਾ ਹੈ ਅਤੇ ਉਹ 1-2 ਦਿਨ ਰਹਿ ਕੇ ਚਲਿਆ ਜਾਂਦਾ ਹੈ। ਜੀਵ ਵੀ ਇਸੇ ਤਰ੍ਹਾਂ ਪ੍ਰਾਹੁਣਚਾਰੀ ਆਇਆ ਹੋਇਆ ਹੈ, 1-2 ਦਿਨ ਰਹਿ ਕੇ ਚਲਿਆ ਜਾਣਾ ਹੈ। ਪਰ ਇਸ ਨੂੰ ਖਰਚੇ ਦੀ ਲੋੜ ਹੈ, ਜਿਹੜਾ ਨਾਮ ਰੂਪੀ ਖਰਚਾ ਇਸ ਨੂੰ ਚਾਹੀਦਾ ਹੈ। ਇੱਥੇ ਆ ਕੇ ਜੇ ਇਹ ਖਰਚਾ ਨਾਲ ਲੈ ਕੇ ਚੱਲੇਗਾ ਤਾਂ ਪਰਲੋਕ ਦੇ ਵਿੱਚ ਸੋਭਨੀਕ ਹੋਏਗਾ। ਨਾਮ ਹੈ ਜਿਹੜਾ ਇਹ ਤੋਸਾ ਹੈ, ਖਰਚ ਹੈ ਜਿਹੜਾ ਨਾਮ ਰੂਪੀ ਖਰਚ ਪੱਲੇ ਵਿੱਚ ਬੰਨ੍ਹ ਕੇ ਚੱਲੇਗਾ, ਉਸ ਦਾ ਆਉਣਾ ਜਾਣਾ ਸਫਲਾ ਹੋ ਜਾਏਗਾ। ਗੁਰਬਾਣੀ ਪੜ੍ਹਦਿਆਂ ਤੋਂ, ਵਿਚਾਰਾਂ ਕਰਦਿਆਂ ਤੋਂ ਇੱਕ ਨਹੀਂ ਅਨੇਕਾਂ ਹੀ ਭੁੱਲਾਂ ਹੋ ਜਾਂਦੀਆਂ ਹਨ। ਗੁਰੂ ਦੀ ਸੰਗਤ ਗੁਰੂ ਬਖਸ਼ਣਹਾਰ ਹਨ। ਹੋਈਆਂ ਭੁੱਲਾਂ ਦੀ ਖਿਮਾ ਆਓ।